ਇਲੈਕਟ੍ਰਿਕ ਫੀਲਡ ਸਟਰੈਂਥ ਡਿਊ ਟੂ ਅ ਸ਼ੀਟ ਆਫ ਚਾਰਜ। ਇਸ ਦੇ ਵਿੱਚ ਕੀ ਹੈ, ਸਪੋਜ਼ ਤੁਹਾਡੇ ਕੋਲ ਕੋਈ ਵੀ ਸ਼ੀਟ ਹੈ, ਉਹ ਹੈਗੀ ਚਾਰਜ ਸੀ, ਉਸ ਦਾ ਸਰਕੂਲਰ ਜਿਹੜੀ ਸ਼ੀਟ ਹੈ, ਸਪੋਜ਼ ਉਸਦਾ ਰੇਡੀਅਸ ਕਿੰਨਾ ਤੁਹਾਡੇ ਕੋਲ ਸਮੋਲ ਏ ਹੈ। ਅਗਰ ਸਿਗਮਾ ਬੀ ਦਾ ਸਰਫੇਸ ਡੈਂਸਿਟੀ ਆਫ ਚਾਰਜ, ਸਰਫੇਸ ਡੈਂਸਿਟੀ ਆਫ ਚਾਰਜ ਨੂੰ ਆਪਾਂ ਡਿਨੋਟ ਕਰ ਰਹੇ ਹਾਂ ਸਿਗਮਾ ਦੇ ਨਾਲ, ਤਾਂ ਸਿਗਮਾ ਦੀ ਵੈਲਿਊ ਆਪਣੇ ਕੋਲ ਕੀ ਹੈ, ਡੀ ਕਿਊ ਅਪੋਨ ਏਰੀਆ। ਠੀਕ ਹੈ, ਡੀ ਕਿਊ ਅਪੋਨ ਏਰੀਆ ਜਾਂ ਸਰਫੇਸ ਏਰੀਆ ਕਹਿ ਸਕਦੇ ਹਾਂ, ਡੀ ਕਿਊ ਅਪੋਨ ਡੀ ਐਸ। ਅਗਰ ਇਸ ਦੀ ਆਪਾਂ ਕੀ ਹੈ, ਐਲੀਮੈਂਟਰੀ ਰਿੰਗ ਲੈ ਕੇ ਚੱਲੀਏ, ਇਸ ਦੇ ਇਨਸਾਈਡ ਆਪਣੇ ਕੋਲ ਰਿੰਗ ਹੈਗੀ ਜਿਸ ਦਾ ਰੇਡੀਅਸ ਆਪਣੇ ਕੋਲ ਆਰ ਹੈ ਅਤੇ ਉਸ ਦੀ ਥਿਕਨੈਸ ਹੈ ਡੀ ਆਰ। ਤਾਂ ਉਸ ਜਿਹੜੀ ਐਲੀਮੈਂਟਰੀ ਰਿੰਗ ਹੈ ਜਿਸ ਦੀ ਆਪਾਂ ਥਿਕਨੈਸ ਡੀ ਆਰ ਲੈ ਕੇ ਚੱਲੇ ਹਾਂ, ਰੇਡੀਅਸ ਆਰ ਹੈ, ਅਗਰ ਉਸ ਦਾ ਏਰੀਆ ਕੀ ਹੈ, ਏਰੀਆ ਸਰਕਮਫਰੈਂਸ ਇੰਟੂ ਥਿਕਨੈਸ 2 ਪਾਈ ਆਰ ਇੰਟੂ ਡੀ ਆਰ, ਉਸ ਦਾ ਏਰੀਆ। ਚਾਰਜ ਆਪਣੇ ਕੋਲ ਕੀ ਹੈ, ਚਾਰਜ ਕਿਊ ਦੀ ਵੈਲਿਊ ਕਿਸ ਦੇ ਇਕੁਅਲ ਹੈ, ਏਰੀਆ ਇੰਟੂ ਸਿਗਮਾ ਦੀ, ਤਾਂ ਏਰੀਆ ਆਪਣੇ ਕੋਲ 2 ਪਾਈ ਆਰ ਡੀ ਆਰ ਇੰਟੂ ਸਿਗਮਾ। ਸਪੋਜ਼ ਐਲ ਪੁਆਇੰਟ ਹੈਗੇ ਐਕਸ ਐਕਸਿਸ ਦੇ ਉੱਪਰ, ਅਬਜ਼ਰਵੇਸ਼ਨ ਪੁਆਇੰਟ ਜਿਸ ਦੇ ਕੋਆਰਡੀਨੇਟ ਹੈਗੇ ਐਕਸ 0 0, ਇਸ ਦੇ ਉੱਪਰ ਆਪਾਂ ਕੀ ਕਰਨਾ, ਇਲੈਕਟ੍ਰਿਕ ਫੀਲਡ ਸਟਰੈਂਥ ਕੈਲਕੂਲੇਟ ਕਰਾਂਗੇ। ਹੁਣ ਆਪਾਂ ਜਿਹੜਾ ਲਾਸਟ ਦੇ ਵਿੱਚ ਰਿਲੇਸ਼ਨ ਕੀਤਾ ਸੀ ਇਹ ਵਾਲਾ, E is equals to I Q upon 4 pi epsilon naught x upon x square plus a square ਦੀ ਪਾਵਰ 3/2। ਹੁਣ ਇੱਥੇ a ਨੂੰ ਆਪਾਂ ਰਿਪਲੇਸ ਕਰਾਂਗੇ r ਦੇ ਨਾਲ, ਬਿਕੋਜ਼ r ਆਪਾਂ ਰੇਡੀਅਸ ਲੈ ਕੇ ਚੱਲੇ ਹੈਗੇ ਜਿਸ ਦੀ ਥਿਕਨੈਸ r ਹੈ, dr ਹੈਗੀ ਹੈ ਸ਼ੀਟ ਦੀ। de ਨੂੰ ਆਪਾਂ ਕਿਵੇਂ ਲਿਖਾਂਗੇ, I ਕੈਪ, Q ਦੀ ਜਗ੍ਹਾ 'ਤੇ ਆਪਾਂ ਕੀ ਪੁੱਟ ਕਰਨਾ ਹੈਗਾ, 2 ਪਾਈ r dr ਇੰਟੂ ਸਿਗਮਾ upon 4 pi epsilon naught x upon x square plus r square ਦੀ ਪਾਵਰ 3/2। ਅਗਰ ਆਪਾਂ ਨੈਟ ਇਲੈਕਟ੍ਰਿਕ ਫੀਲਡ ਸਟਰੈਂਥ ਡਿਊ ਟੂ ਸ਼ੀਟ ਆਫ ਚਾਰਜਿਸ 'ਤੇ ਫਾਈਂਡ ਆਊਟ ਕਰਨੀ ਹੈ ਤਾਂ ਡੀ ਨੂੰ ਆਪਾਂ ਲਿਖ ਸਕਦੇ ਹਾਂ ਇਸ ਦਾ ਆਪਾਂ ਨੂੰ ਇੰਟੀਗ੍ਰੇਸ਼ਨ ਕਰਨਾ ਪਵੇਗਾ 0 ਤੋਂ ਲੈ ਕੇ a ਤੱਕ। E is equals to I cap 2 pi x sigma upon 4 pi epsilon naught 0 to a r dr upon x square plus a square ਦੀ ਪਾਵਰ 3/2। ਅਗਰ a ਰੇਡੀਅਸ ਹੈਗਾ ਸਰਕੂਲਰ ਸ਼ੀਟ ਦਾ, ਸਪੋਜ਼ ਆਪਾਂ ਲੈਟ ਕਰਕੇ ਚਲੇ x square plus r square ਨੂੰ ਆਪਾਂ t ਪੁੱਟ ਕਰ ਸਕਦੇ ਹਾਂ। ਠੀਕ ਹੈ, ਤਾਂ ਇਸ ਦਾ ਡੈਰੀਵੇਟਿਵ ਕਰ ਦਾਂਗੇ r ਦਾ 2r dr is equals to dt ਦੇ, ਤਾਂ ਆਹ ਵਾਲੇ ਇੰਟੀਗ੍ਰੇਸ਼ਨ ਦੀ ਵੈਲਿਊ ਰਿਡਿਊਸ ਹੋ ਜਾਏਗੀ ਆਪਣੇ ਕੋਲ ਆਰ ਡੀ ਆਰ ਦੀ ਵੈਲਿਊ ਆਪਾਂ ਇੱਥੋਂ ਕੈਲਕੂਲੇਟ ਕਰਾਂਗੇ, ਡੀ ਟੀ ਅਪੋਨ 2 ਆ ਜਾਏਗੀ, ਡੀ ਟੀ ਅਪੋਨ 2 ਪੁੱਟ ਕੀਤਾ, ਐਕਸ ਸਕੇਅਰ ਪਲੱਸ ਆਰ ਸਕੇਅਰ ਦੀ ਜਗ੍ਹਾ 'ਤੇ ਕੀ ਪੁੱਟ ਕਰਨਾ ਹੈਗਾ, ਟੀ, ਐਕਸ ਸਕੇਅਰ ਪਲੱਸ ਆਰ ਸਕੇਅਰ ਦੀ ਜਗ੍ਹਾ 'ਤੇ ਟੀ ਪੁੱਟ ਕਰਨਾ ਹੈ, ਟੀ ਦੀ ਪਾਵਰ ਕੀ ਆ ਜਾਏਗੀ 3/2, ਅਗਰ ਆਪਾਂ ਉੱਪਰ ਲੈ ਕੇ ਜਾਵਾਂਗੇ ਤਾਂ ਬਣ ਜਾਏਗੀ -3/2। ਉਸ ਤੋਂ ਬਾਅਦ ਇਸ ਦੀ ਆਪਾਂ ਇੰਟੀਗ੍ਰੇਸ਼ਨ ਕਰਾਂਗੇ, ਇੰਟੀਗ੍ਰੇਸ਼ਨ ਦੇ ਵਿੱਚ ਕੀ ਹੈ ਆਪਣੇ ਕੋਲ ਬਣ ਜਾਏਗਾ टी ਦੀ ਪਾਵਰ -1/2 ਅਪੋਨ -1/2 ਇੰਟੂ ਡੀ ਟੀ ਅਪੋਨ 2 ਦੇ ਨਾਲ ਆ ਉੱਪਰ 2 ਚਲਾ ਜਾਏਗਾ, 2 ਦੇ ਨਾਲ 2 ਕੈਂਸਲ, ਮਾਈਨਸ ਐਜ਼ ਇਟ ਇਜ਼ ਟੀ ਦੀ ਪਾਵਰ -1/2 ਮਾਈਨਸ ਐਜ਼ ਇਟ ਇਜ਼ ਟੀ ਦੀ ਜਗ੍ਹਾ 'ਤੇ ਆਪਾਂ ਪੁੱਟ ਕਰਦੇ ਹਾਂ ਐਕਸ ਸਕੇਅਰ ਪਲੱਸ ਆਰ ਸਕੇਅਰ, ਜਦੋਂ ਨੀਚੇ ਲੈ ਕੇ ਜਾਵਾਂਗੇ ਤਾਂ ਜਿਹੜੀ ਪਾਵਰ ਹੈ ਉਹ ਕੀ ਹੈ ਪੋਜ਼ੀਟਿਵ ਆ ਜਾਏਗੀ। ਇਸ ਇੰਟੀਗ੍ਰੇਸ਼ਨ ਦੀ ਵੈਲਿਊ ਆਪਾਂ ਇਸ ਦੇ ਇਕੁਏਸ਼ਨ ਦੇ ਵਿੱਚ ਪੁੱਟ ਕਰ ਦਾਂਗੇ, then E is equals to I cap 2 pi x sigma upon 4 pi epsilon naught -1 upon x square plus r square ਦੀ 1/2 0 to a limits। ਜਦੋਂ ਆਪਾਂ ਇਸ ਦੇ ਵਿੱਚ ਲਿਮਿਟਸ ਪੁੱਟ ਕਰਾਂਗੇ, ਅੱਪਰ ਲਿਮਿਟ ਮਾਈਨਸ ਲੋਅਰ ਲਿਮਿਟ, ਅੱਪਰ ਲਿਮਿਟ ਜਦੋਂ ਪੁੱਟ ਕਰਾਂਗੇ ਤਾਂ ਆਪਣੇ ਕੋਲੇ ਕੀ ਆ ਜਾਏਗਾ ਮਾਈਨਸ ਐਜ਼ ਇਟ ਇਜ਼ 1 upon x square plus r ਦੀ ਜਗ੍ਹਾ 'ਤੇ ਆਪਣੇ ਕੋਲ a ਪੁੱਟ ਹੋ ਜਾਏਗਾ ਪਲੱਸ a square ਦੀ ਪਾਵਰ 1/2। ਜਦੋਂ ਆਪਾਂ ਮਾਈਨਸ ਲੋਅਰ ਲਿਮਿਟ ਕਰਾਂਗੇ, ਮਾਈਨਸ ਅੱਗੇ ਹੈਗਾ ਪਹਿਲਾਂ, ਤਾਂ ਮਾਈਨਸ ਮਾਈਨਸ ਕੀ ਬਣ ਜਾਏਗਾ ਪੋਜ਼ੀਟਿਵ, ਆਰ ਦੀ ਜਗ੍ਹਾ 'ਤੇ 0, ਤਾਂ ਟਰਮ ਕਿਹੜੀ ਰਹਿ ਜਾਏਗੀ 1 ਅਪੋਨ ਐਕਸ ਸਕੇਅਰ ਦੀ 1/2 ਦੇ ਨਾਲ 2 ਕੈਂਸਲ, ਓਨਲੀ 1/2 ਰਹਿ ਗਿਆ। ਇਹ ਦੋਨੇ ਟਰਮਸ ਨੂੰ ਅੱਗੇ ਪਿੱਛੇ ਕਰਕੇ ਲਿਖਤਾ। ਅਗਰ ਆਪਾਂ ਇਸ ਦੇ ਵਿੱਚੋਂ ਆਹ ਵਾਲੀ ਟਰਮ ਦੇ ਵਿੱਚੋਂ ਐਕਸ ਨੂੰ ਕੀ ਹੈ ਕਾਮਨ ਕਰਾਂਗੇ, ਐਕਸ ਨੂੰ ਜਦੋਂ ਆਪਾਂ ਕਾਮਨ ਕਰ ਦਾਂਗੇ ਤਾਂ ਬਾਹਰ ਜਦੋਂ ਆਪਾਂ ਐਕਸ ਲੈ ਕੇ ਆਵਾਂਗੇ ਤਾਂ ਇੱਥੇ ਐਕਸ ਪੇ ਐਕਸ ਦੇ ਨਾਲ ਐਕਸ ਕੈਂਸਲ, ਤਾਂ ਆ ਇੱਥੇ ਬਣ ਜਾਏਗਾ 1 ਮਾਈਨਸ ਇੱਧਰ ਆਪਣੇ ਕੋਲ ਉੱਪਰ ਆ ਜਾਏਗਾ ਐਕਸ ਅਪੋਨ ਐਕਸ ਸਕੇਅਰ ਪਲੱਸ ਏ ਸਕੇਅਰ ਦੀ ਪਾਵਰ 1/2। ਅਗਰ ਆਪਾਂ ਇਨਫਾਈਨਾਈਟ ਸ਼ੀਟ ਦੀ ਗੱਲ ਕਰੀਏ,
ਉਸ ਦੇ ਵਿੱਚ ਜਿਹੜੇ ਡਿਮੈਂਸ਼ਨਸ ਹੈਗੇ ਸ਼ੀਟ ਦੇ ਉਹ ਇਨਫਾਨਾਈਟ ਹੈ, ਮਤਲਬ ਇਹ ਹੈਗੀ ਜਿਹੜੀ ਆਪਣਾ ਰੇਡੀਅਸ ਲੈ ਕੇ ਚੱਲੇ ਆ ਉਸ ਦੀ ਵੈਲਿਊ ਹੈਗੀ ਹੈ ਇਨਫਿਨਿਟੀ। ਅਗਰ ਇਹ ਇਨਫਿਨਿਟੀ ਹੈ ਤਾਂ ਐਕਸ ਅਪੋਨ एक्स स्केयर प्लस ए स्केयर की पावर 1/2 एक्स अपॉन इनफिनिटी मतलब 0 बन जाएगा। डिनोमीनेटर के इनफिनिटी आ जाएगा, वो की है 0 के इक्वल है। दैन इक्वेशन ए वाली इक्वेशन रिड्यूस होकर की बन जाएगी, आ टर्म 0 रहेगी तो अपने को आ जाएगी आई कैप 2 पाई दे नाल 2 पाई कैंसल सिग्मा अपॉन 2 अपसाइलन नॉट, ए वाली वैल्यू है। उस तो बाद तुहाडे कोल हैगे सॉलिड एंगल। अगर आप टू डिमेंशन के विच गल करिए, टू डिमेंशन के सॉलिड जिहड़ा एंगल है उसनूं आपां की है एक नाम होर दे रहे हैं, उसका नाम हैगा प्लेन एंगल। प्लेन एंगल हैगा रेशियो ऑफ द लेंथ ऑफ द आर्क टू द रेडियस ऑफ सर्कल। सपोज तुहाडे कोल कोई भी सर्कल है टू डिमेंशन के विच जिसका रेडियस हैगा अपने कोल आर, अगर आपां उसदे लेंथ की गल करिए, सपोज आ वाली लेंथ है अगर डी एल है तो डी थीटा नूं आपां किवें रिप्रजेंट करांगे, डी थीटा इज इक्वल्स टू डी एल अपॉन आर। अगर आपां यही थ्री डिमेंशन के विच गल करिए, थ्री डिमेंशन के विच सॉलिड एंगल आ जाएगा। सॉलिड एंगल नूं आपां की लिख सकते हैं रेशियो ऑफ द सरफेस एरिया ऑफ द गिवन पार्ट ऑफ द स्पीयर टू द स्केयर ऑफ द रेडियस ऑफ द स्पीयर। स्पीयर दे विचों जिहड़ा सरफेस एरिया तो अपने को जो स्फीयर का रेडियस है अगर उसकी स्केयर करके आप रेशो कर दिए तो किस दे इक्वल है अपने को सॉलिड एंगल के इक्वल है। थ्री डिमेंशन के सॉलिड एंगल है तो टू डिमेंशन के अपने को की है प्लेन एंगल है। हुण सपोज आ वाला तुहाडे कोल हैगा डी एस, ठीक है, इसनूं आपां सरफेस एरिया लिख सकते हैं। ए वाली जिहड़ी डायरैक्शन है ये हैगी आर वैक्टर की। अगर डी एस तो जोड़ा आर है उस दे विच अपने को की है मतलब आर कैप उसकी जी डायरैक्शन है वो आर कैप के नाल आपां डिनोट करिए तो डी एस वैक्टर डॉट आर कैप अपॉन आर स्केयर वैक्टर फॉर्म के विच आ जाएगा। डी एस अपॉन आर डॉट इसनूं आपां की लिख सकते हैं डी एस कॉस थीटा अपॉन आर स्केयर। नैक्सट है तुहाडे कोल इलैक्ट्रिक लाइनस ऑफ फोर्स। इलैक्ट्रिक लाइनस ऑफ फोर्स के विच की है, सपोज ਆਪਾਂ किस कोई भी जिहड़ा टैस्ट चार्ज है उसनूं प्लेस किया हैगा इलैक्ट्रिक फील्ड दे विच, कोई भी टैस्ट चार्ज नूं प्लेस किया इलैक्ट्रिक फील्ड दे विच तो उस जिहड़ी मोशन है वो हो जाएगी इट विल मूव अलोंग अ करव। ये की है मूव अलोंग अ करव भी हो सकता है, स्ट्रेट भी हो सकता है, किवें भी उसकी मूव हो मोशन हो सकती है। अगर आप टेंजेंट करिए एट एवरी पॉइंट ऑफ विच इस करव के उपर आप टेंजेंट ड्रॉ करिए किसी भी पॉइंट के उपर दैन आपां की मिल जाएगी गिव्स द डायरैक्शन ऑफ ई, इलैक्ट्रिक फील्ड की डायरैक्शन मिल जाएगी। वो जिहड़ी लाइन है उसनूं आपां की कह सकते हैं लाइन ऑफ इलैक्ट्रिक फोर्स। कोई भी तुहाडे कोल टैस्ट चार्ज है उसनूं आपां प्लेस किया इलैक्ट्रिक फील्ड दे विच दैन उसकी जिहड़ी मोशन है वो अलोंग अ करव भी हो सकती है, किवें भी तुहाडे कोल हो सकती। अगर उस करव के उपर आपां कोई भी टेंजेंट ड्रॉ करिए तो आपां नूं डायरैक्शन मिल जाएगी इलैक्ट्रिक फील्ड की उस पॉइंट के उपर। उस जिहड़ा लाइन है उसनूं आपां की कह सकते हैं लाइन ऑफ इलैक्ट्रिक फोर्स। इसके कुछ ना कुछ प्रॉपर्टीज़ हैगे है ऑफ इलैक्ट्रिक फोर्स। दे फर्स्ट प्रॉपर्टी है इलैक्ट्रिक लाइन ऑफ फोर्स इज़ अ लाइन इन द इलैक्ट्रिक फील्ड द टेंजेंट टू विच एट एवरी पॉइंट गिव्स द डायरैक्शन ऑफ इलैक्ट्रिक इंटेंसिटी। किसी भी ए वाली लाइन ऑफ इलैक्ट्रिक फोर्स है इस दे उपर किसी भी पॉइंट सपोज इत्थे आपां की एक टेंजेंट ड्रॉ किया, एक इत्थे टेंजेंट ड्रॉ किया, ये जिहड़े दो टेंजेंट ड्रॉ किए ये की दस रहे आपां नूं इलैक्ट्रिक फील्ड स्ट्रेंथ इलैक्ट्रिक फील्ड इंटेंसिटी की डायरैक्शन दस रही है। हुण अगर पॉजिटिव चार्ज एक नैगेटिव चार्ज, पॉजिटिव चार्ज दे विच तां अपने कोल जिहड़ी इलैक्ट्रिक फील्ड लाइन है वो की है ओरिजिनेट हो रहा मतलब आउटवर्ड शो करनी है, तो नैगेटिव दे विच अपने कोल की है टर्मीनेट हो रहा है दैट मीनस वो इनवर्ड शो करनी है। इलैक्ट्रिक फील्ड स्ट्रेंथ नूं आपां किवें प्रपोर्शनल कर सकते हैं जिन्नियां नंबर ऑफ लाइनस क्रॉस कर रही पर यूनिट एरिए दे विचों। अगे अपने को जिहड़ियां दो लाइनस ऑफ इलैक्ट्रिक फोर्स है वो की है क्रॉस नहीं कर सकदियां बिकॉज जो क्रॉस कर गई तो अपने को की है एक पॉइंट ते दो डायरैक्शन पॉसीबल हो जाएगियां लाइन इलैक्ट्रिक इंटेंसिटी दी जिहड़ियां की है पॉसीबल नहीं है। उस तो बाद जिहड़ियां अपने को कंडक्टर दे विचों पास नहीं कर सकदियां।
ਉਸ ਤੋਂ ਬਾਅਦ ਤੁਹਾਡੇ ਕੋਲ ਡੈਫੀਨੇਸ਼ਨ ਹੈਗੀ ਹੈ ਇਲੈਕਟ੍ਰਿਕ ਫਲਕਸ ਦੀ। ਇਲੈਕਟ੍ਰਿਕ ਫਲਕਸ ਕੀ ਹੈਗੀ ਹੈ? may be defined as number of electric field lines crossing a given area in a direction perpendicular to the area। ਜਿੰਨਾ ਨੰਬਰ ਆਫ ਇਲੈਕਟ੍ਰਿਕ ਫੀਲਡ ਲਾਈਨਸ ਕ੍ਰੋਸ ਕਰ ਰਹੀਆਂ ਗਿਵਨ ਏਰੀਏ ਦੇ ਵਿੱਚੋਂ, ਜਿਨ੍ਹਾਂ ਦੀ ਡਾਇਰੈਕਸ਼ਨ ਕੀ ਹੈ? ਪਰਪੈਂਡੀਕੂਲਰ ਹੋਵੇਗੀ ਏਰੀਆ। ਇਹ ਵਾਲਾ ਏਰੀਆ ਜਿੰਨੀਆਂ ਨੰਬਰ ਆਫ ਇਲੈਕਟ੍ਰਿਕ ਫੀਲਡ ਲਾਈਨ ਪਾਸ ਕੀਤੀਆਂ ਤੇ ਉਸ ਦੀ ਜਿਹੜੀ ਡਾਇਰੈਕਸ਼ਨ ਉਹ ਕੀ ਹੈ? ਪਰਪੈਂਡੀਕੂਲਰ ਹੋਣੀ ਚਾਹੀਦੀ ਹੈ ਏਰੀਆ ਦੇ। ਉਸ ਨੂੰ ਆਪਾਂ ਕੀ ਕਹਾਂਗੇ? ਇਲੈਕਟ੍ਰਿਕ ਫਲਕਸ। ਉਸ ਨੂੰ ਰਿਪਰਜੈਂਟ ਕਰ ਰਹੇ ਹਾਂ ਆਪਾਂ ਡੀ ਫਾਈ ਦੇ ਨਾਲ। ਡੀ ਫਾਈ ਇਜ਼ ਇਕੁਅਲਸ ਟੂ ਈ ਵੈਕਟਰ ਡਾਟ ਡੀ ਐਸ ਵੈਕਟਰ। ਡੀ ਐਸ ਵੈਕਟਰ ਆਪਣੇ ਕੋਲ ਕੀ ਹੈ? ਏਰੀਆ ਵੈਕਟਰ ਹੈ ਜਿਹੜਾ ਰਿਪਰਜੈਂਟ ਕਰ ਰਿਹਾ ਏਰੀਆ ਆਫ ਦਾ ਐਲੀਮੈਂਟ ਨੂੰ, ਤੇ ਇਸ ਦੀ ਡਾਇਰੈਕਸ਼ਨ ਕੀ ਹੋਏਗੀ? ਨਾਰਮਲ ਟੂ ਦਾ ਐਲੀਮੈਂਟ। ਹੁਣ ਅਗਰ ਆਪਾਂ ਟੋਟਲ ਫਾਈਂਡ ਆਊਟ ਕੀਤੀ, ਟੋਟਲ ਫਾਈਂਡ ਆਊਟ ਕਰਨੀ ਹੈ ਇਲੈਕਟ੍ਰਿਕ ਫਲਕਸ ਥਰੂ ਐਨੀ ਫਿਨਾਈਟ ਏਰੀਆ ਇਜ਼ ਗਿਵਨ ਬਾਈ ਫਾਈ ਇਜ਼ ਇਕੁਅਲਸ ਟੂ ਟੋਟਲ ਫਾਈਂਡ। ਇਹ ਤਾਂ ਆਪਣੇ ਕੋਲ ਸਮੋਲ ਫਾਈਂਡ ਆਊਟ ਕੀਤੀ ਆਪਾਂ ਡੀ ਫਾਈ, ਇਸ ਦਾ ਟੋਟਲ ਕਰਨਾ ਤਾਂ ਇਸ ਨੂੰ ਆਪਾਂ ਇੰਟੀਗ੍ਰੇਟ ਕਰਾਂਗੇ ਓਵਰ ਆ ਸਰਫੇਸ। ਅਗਰ ਕਲੋਜ਼ ਸਰਫੇਸ ਦੀ ਗੱਲ ਕਰੀਏ ਤਾਂ ਇੱਥੇ ਆਪਾਂ ਨੂੰ ਸਰਫੇਸ ਆ ਜਿਹੜੀ ਕਲੋਜ਼ ਕਰਨੀ ਪਵੇਗੀ। ਹੁਣ ਇਸ ਨੂੰ ਆਪਾਂ ਕੀ ਲਿਖ ਸਕਦੇ ਹਾਂ? ਈ ਡੀ ਐਸ ਇੰਟੂ ਕੋਸ ਥੀਟਾ। ਇਸ ਦੇ ਵਿੱਚ ਜੇ ਈ ਤੇ ਡੀ ਐਸ ਦੋਨੇ ਕੀ ਹੈ? ਪੈਰਲਲ, ਤਾਂ ਫਾਈ ਕਿਸ ਦੇ ਇਕੁਅਲ ਹੈ? ਈ ਇੰਟੂ ਐਸ ਦੇ ਇਕੁਅਲ ਹੈ। ਹੁਣ ਫਾਈ ਹੈ ਜਿਹੜੀ ਪੋਜ਼ੀਟਿਵ ਹੋ ਸਕਦੀ ਹੈ, ਨੈਗੇਟਿਵ ਵੀ ਹੋ ਸਕਦੀ ਹੈ ਔਰ ਜ਼ੀਰੋ ਵੀ ਹੋ ਸਕਦੀ ਹੈ। ਇਹ ਡਿਪੈਂਡ ਕਿਤੇ ਕਰੀਏ ਜਿਹੜੀ ਆਪਣੇ ਕੋਲ ਐਂਗਲ ਹੈਗਾ ਈ ਤੇ ਡੀ ਐਸ ਦੇ ਵਿਚਕਾਰ। ਐਸ ਆਈ ਯੂਨਿਟ ਹੈਗੀ ਇਲੈਕਟ੍ਰਿਕ ਫਲਕਸ ਦੇ ਨਿਊਟਨ ਪਰ ਕੂਲਮ ਮੀਟਰ ਸਕੇਅਰ। ਉਸ ਤੋਂ ਬਾਅਦ ਤੁਹਾਡੇ ਕੋਲ ਹੈਗਾ ਇਲੈਕਟ੍ਰਿਕ ਫੀਲਡ ਡੈਂਸਿਟੀ। ਹੁਣ ਇਲੈਕਟ੍ਰਿਕ ਫੀਲਡ ਹੈ ਜਿਹੜਾ ਈ of a charge q at a distance r is given by E ਨੂੰ ਆਪਾਂ ਕਿਵੇਂ ਰਿਪਰਜੈਂਟ ਕਰਦੇ ਹਾਂ? 1/4 pi epsilon naught q r upon r square into r cap। ਅਗਰ ਇਹ ਜਿਹੜਾ ਐਪਸਾਈਲਨ ਨੋਟ ਹੈ ਉਸ ਨੂੰ ਆਪਾਂ E ਦੇ ਨਾਲ ਮਲਟੀਪਲਾਈ ਕਰੀਏ ਤਾਂ ਕਿਸ ਦੇ ਇੱਕੋ ਰਹਿ ਜਾਏਗਾ? ਐਪਸਾਈਲਨ ਨੋਟ E ਵੈਕਟਰ is equals to q upon 4 pi r square into r unit cap। the product of epsilon naught and E ਉਸ ਨੂੰ ਆਪਾਂ ਕੀ ਕਹਿ ਸਕਦੇ ਹਾਂ? ਇਲੈਕਟ੍ਰਿਕ ਫਲਕਸ ਡੈਂਸਿਟੀ, ਜਿਸ ਨੂੰ ਆਪਾਂ ਰਿਪਰਜੈਂਟ ਕਰ ਰਹੇ ਹਾਂ ਡੀ ਵੈਕਟਰ ਦੇ ਨਾਲ। ਇਸ ਦੇ ਜਿਹੜੇ ਯੂਨਿਟ ਹੈ ਇਲੈਕਟ੍ਰਿਕ ਫਲਕਸ ਡੈਂਸਿਟੀ ਦੇ ਉਹ ਹੈਗੇ ਆਪਣੇ ਕੋਲ ਕੂਲਮ ਪਰ ਮੀਟਰ ਸਕੇਅਰ। ਇੱਥੇ ਆਪਾਂ ਕਿਊ ਦਾ ਹੈਗਾ ਕੂਲਮ, ਆਰ ਦੇ ਹੈਗੇ ਮੀਟਰ, ਤਾਂ ਆ ਬਣ ਜਾਏਗਾ ਕੂਲਮ ਪਰ ਮੀਟਰ ਸਕੇਅਰ।